ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ। ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੀ ਲਿਖੀ ਕਿਤਾਬ ਮਾਲਾ ਮਣ ਕੇ। ਪ੍ਰੇਮੀ ਅਤੇ ਪ੍ਰੇਮਿਕਾ ਦੀ ਸਰੀਰਕ ਸਮਾਗਮ ਦੀ ਪਹਿਲੀ ਵਾਰ ਅਨੁਭਵ ਕੀਤੀ ਉਚਾਈ ਅਤੇ ਡੂੰਘਾਈ ਨੂੰ ਕਿਸੇ ਹੋਰ ਸਰੀਰ ਨਾਲ ਦੁਹਰਾਇਆ ਨਹੀਂ ਜਾ ਸਕਦਾ। ਆਪਣਾ ਦੁੱਖ ਇਸਤਰੀ ਅਥਰੂਆਂ ਦੀ ਭਾਸ਼ਾ ਵਿੱਚ ਦੱਸਦੀ ਹੈ। ਜਿਹੜਾ ਉਸਦੇ ਅਥਰੂਆਂ ਨੂੰ ਨਹੀਂ ਸਮਝਦਾ ਉਹ ਕੁਝ ਨਹੀਂ ਸਮਝਦਾ। ਬਚਪਨ ਦੇ ਸੁੰਗੜਨ ਕਾਰਨ ਹੁਣ ਬੱਚੇ ਜਲਦੀ ਚਲਾਕ ਹੋ ਜਾਂਦੇ ਹਨ। ਬੱਚਿਆਂ ਲਈ ਲਿਖੀਆਂ ਕਹਾਣੀਆਂ ਅਨੇਕਾਂ ਵਾਰ ਪੜ੍ਹਨ ਯੋਗ ਅਤੇ ਬਾਰ-ਬਾਰ ਸੁਣਨ ਯੋਗ ਹੋਣੀਆਂ ਚਾਹੀਦੀਆਂ ਹਨ। ਜਿਹੜੀ ਗੱਲ ਕਹੀ ਨਾ ਗਈ ਹੋਵੇ ਉਹ ਕਹੀ ਗਈ ਗੱਲ ਨਾਲੋਂ ਵਧੇਰੇ ਮਹੱਤਵਪੂਰਨ ਅਤੇ ਅਰਥਪੂਰਨ ਹੁੰਦੀ ਹੈ। ਜੇ ਜ਼ਿੰਦਗੀ ਦਾ ਤਜਰਬਾ ਤੁਹਾਡੇ ਵਿਹਾਰ ਦਾ ਭਾਗ ਨਹੀਂ ਬਣਦਾ ਤਾਂ ਉਹ ਤਜਰਬਾ ਨਹੀਂ ਸੀ, ਕੇਵਲ ਘਟਨਾਵਾਂ ਸਨ। ਵਿੱਦਿਆ ਨਾਲ ਸਾਡੀ ਹੀ ਹਾਲਤ ਨਹੀਂ ਸੁਧਰਦੀ, ਸਾਡੇ ਮਿੱਤਰਾਂ, ਰਿਸ਼ਤੇਦਾਰਾਂ, ਗੁਆਂਢੀਆਂ ਆਦਿ ਦੀ ਵੀ ਸੁਧਰਦੀ ਹੈ। ਅਧਿਆਪਕ ਦਾ ਮੁੱਖ ਕਾਰਜ ਵਿਦਿਆਰਥੀ ਵਿੱਚ ਜਿਗਿਆਸਾ ਜਗਾਉਣਾ ਹੁੰਦਾ ਹੈ। ਪੜ੍ਹਨ ਦਾ ਕਾਰਜ ਵਿਦਿਆਰਥੀ ਆਪੇ ਕਰ ਲਵੇਗਾ। ਜਿਨ੍ਹਾਂ ਵਰਤਾਰਿਆਂ ਦੀ ਉਮਰ ਮਨੁੱਖ ਦੇ ਜੀਵਨ ਨਾਲੋਂ ਲੰਮੀ ਹੁੰਦੀ ਹੈ ਉਹ ਉਸਦੇ ਕਾਰਜ ਅਤੇ ਕਥਨ ਹੁੰਦੇ ਹਨ। ਤਲਾਕ ਦਾ ਮੁਕੱਦਮਾ ਮਹਿੰਗਾ, ਥਕਾਵਟੀ, ਅਕਾਊ, ਢਹਿੰਦੀ ਕਲਾ ਵਾਲਾ ਅਤੇ ਉਦਾਸ ਕਰਨ ਵਾਲਾ ਝਗੜਾ ਹੁੰਦਾ ਹੈ। ਜੇ ਤੁਸੀਂ ਕਿਸੇ ਦਾ ਭਵਿੱਖ ਜਾਣਨਾ ਚਾਹੁੰਦੇ ਹੋ ਤਾਂ ਵੇਖੋ ਉਸਨੇ ਅੱਜ ਤੱਕ ਕੀਤਾ ਕੀ ਹੈ। ਝੂਠ ਅਤੇ ਬੇਈਮਾਨੀ ਵਾਲਾ ਜੀਵਨ ਸਿਹਤ ਵਿਗਾੜ ਦਿੰਦਾ ਹੈ। ਪੁਰਸ਼ਾਂ ਦੀ ਸਿਆਣਪ ਇਸਤਰੀਆਂ ਨੂੰ ਖਿੱਚ ਪਾਉਂਦੀ ਹੈ ਅਤੇ ਇਸਤਰੀਆਂ ਦੀ ਸੁੰਦਰਤਾ ਪੁਰਸ਼ਾਂ ਨੂੰ ਆਪਣੇ ਵੱਲ ਖਿੱਚਦੀ ਹੈ। ਹਉਮੈ ਨਾਲ ਰਿਸ਼ਤੇ ਟੁੱਟਦੇ ਹੀ ਹਨ, ਉਸਰਦੇ ਨਹੀਂ। ਪੈਸੇ ਪਿੱਛੇ ਦੌੜ ਰਿਹਾ ਮਨੁੱਖ ਆਪਣੇ ਆਤਮਿਕ ਖਜ਼ਾਨੇ ਪ੍ਰਤੀ ਅਣਜਾਣ ਅਤੇ ਅਵੇਸਲਾ ਹੋ ਜਾਂਦਾ ਹੈ। ਪਰਮਾਤਮਾ ਦਾ ਗਿਆਨ ਅਨੰਤ ਦਾ ਗਿਆਨ ਹੈ। ਅਨੰਤ ਹਰ ਗਿਣਤੀ, ਹਰ ਕਲਪਨਾ, ਹਰ ਅਨੁਮਾਨ ਤੋਂ ਵੱਡਾ ਹੁੰਦਾ ਹੈ। ਸਿਰਜਣਾਤਮਕ ਉਦਾਸੀ ਤੋਂ ਬਿਨਾਂ ਕਲਾ ਦੀਆਂ ਡੂੰਘਾਈਆਂ ਤੱਕ ਨਹੀਂ ਅਪੜਿਆ ਜਾ ਸਕਦਾ। ਉੱਚੇ ਨਿਸ਼ਾਨੇ ਕਾਹਲ ਨਾਲ ਪ੍ਰਾਪਤ ਨਹੀਂ ਕੀਤੇ ਜਾ ਸਕਦੇ। ਗੁਰੂ ਗੋਬਿੰਦ ਸਿੰਘ ਜੀ ਦਾ ਉਦੇਸ਼ ਦੁਸ਼ਮਣ ਨੂੰ ਹਰਾਉਣਾ ਅਤੇ ਉਸਦੇ ਇਲਾਕੇ ਮੱਲਣਾ ਨਹੀਂ ਸੀ, ਸਗੋਂ ਇੱਕ ਨਵਾਂ ਮਨੁੱਖ ਸਿਰਜਣਾ ਸੀ। ਵਿਗਿਆਨ ਦਾ ਹਰੇਕ ਤੱਤ ਪ੍ਰਯੋਗ ਨਾਲ ਸਿੱਧ ਹੋਣ ਵਾਲਾ ਸਿਧਾਂਤ ਹੁੰਦਾ ਹੈ। ਗੁੱਸੇ ਅਤੇ ਵਿਰੋਧ ਨੂੰ ਤਿਆਗ ਕੇ ਆਪਣੀਆਂ ਪਰੇਸ਼ਾਨੀਆਂ ਦਾ ਇਲਾਜ ਮਨੁੱਖ ਆਪ ਹੀ ਕਰ ਸਕਦਾ ਹੈ। ਦੂਜਿਆਂ ਦੀ ਨਿੰਦਾ ਕਰਕੇ ਮਨੁੱਖ ਆਪਣੀ ਪ੍ਰਵਾਨਗੀ ਨੂੰ ਰੱਦ ਕਰਦਾ ਹੈ। ਗੁਰੂ ਕੋਈ ਵਿਅਕਤੀ ਨਹੀਂ ਹੁੰਦਾ, ਪਰਮਾਤਮਾ ਦੇ ਸੰਦੇਸ਼ ਦਾ ਨਾਂ ਗੁਰੂ ਹੁੰਦਾ ਹੈ। ਇਤਿਹਾਸ ਸਦਾ ਜੇਤੂ ਲਿਖਦੇ ਹਨ ਅਤੇ ਆਪਣੇ ਦ੍ਰਿਸ਼ਟੀਕੋਣ ਤੋਂ ਲਿਖਦੇ ਹਨ। ਵਿਗਿਆਨ ਸਾਨੂੰ ਵਸਤਾਂ, ਵਸੀਲੇ, ਸ਼ਕਤੀ ਅਤੇ ਸਾਧਨ ਪ੍ਰਦਾਨ ਕਰਦਾ ਹੈ। ਧਰਮ ਇਹਨਾਂ ਦੀ ਕਲਿਆਣਕਾਰੀ ਵਰਤੋਂ ਕਰਨੀ ਸਿਖਾਉਂਦਾ ਹੈ। ਪ੍ਰਸੰਨ ਵਿਅਕਤੀ ਕਦੇ ਵੀ ਜੂਆ ਖੇਡਣ ਜਾਂ ਲੋਟਰੀ ਪਾਉਣ ਬਾਰੇ ਨਹੀਂ ਸੋਚਦਾ। ਵਿਗਿਆਨ ਬਾਹਰ ਵੇਖਣ ਦੀ ਕਲਾ ਹੈ, ਧਰਮ ਅੰਦਰ ਵੇਖਣ ਦਾ ਹੁਨਰ ਹੈ। ਸੁੰਦਰਤਾ ਅਤੇ ਸੁਹਿਰਦਤਾ ਦੀ ਉਪਜਾਈ ਦੋਸਤੀ ਨੂੰ ਪਿਆਰ ਕਹਿੰਦੇ ਹਨ। ਚੰਗੇ ਜਾਂ ਮਾੜੇ, ਮੂਰਖ ਜਾਂ ਸਿਆਣੇ ਦੀ ਗੱਲ ਕਰਦਿਆਂ ਅਸੀਂ ਉਹਨਾਂ ਨਾਲ ਆਪਣੀ ਤੁਲਨਾ ਵੀ ਕਰ ਰਹੇ ਹੁੰਦੇ ਹਾਂ। ਜਦੋਂ ਸੋਚ ਸਾਡਾ ਸਾਥ ਨਹੀਂ ਦਿੰਦੀ ਤਾਂ ਅਸੀਂ ਤਜਰਬੇ ਦੇ ਆਧਾਰ 'ਤੇ ਨਿਰਣਾ ਕਰਦੇ ਹਾਂ। ਕੁਦਰਤ ਇੱਕ ਚੀਜ਼ ਨੂੰ ਉਸ ਵਰਗੀ ਨਾਲੋਂ ਉਦੋਂ ਹੀ ਨਿਖੇੜਦੀ ਹੈ ਜਦੋਂ ਕੁਦਰਤ ਨੇ ਉਸ ਨੂੰ ਵੱਖਰਾ ਰੰਗ ਰੂਪ ਦੇਣਾ ਹੁੰਦਾ ਹੈ। ਅਜੋਕੇ ਸੰਸਾਰ ਵਿੱਚ ਲੋੜ ਇਸ ਗੱਲ ਦੀ ਹੈ ਕਿ ਧਰਮ ਵਿਗਿਆਨਕ ਹੋ ਜਾਵੇ ਅਤੇ ਵਿਗਿਆਨ ਧਾਰਮਿਕ ਹੋ ਜਾਵੇ। ਚੰਨ ਦੀ ਰੋਸ਼ਨੀ ਵਿੱਚ ਸ਼ਾਂਤੀ ਹੁੰਦੀ ਹੈ, ਜਿਸ ਉੱਤੇ ਪੈਂਦੀ ਹੈ ਉਹ ਵੀ ਸ਼ਾਂਤ ਹੋ ਜਾਂਦਾ ਹੈ। ਕਵੀ ਭਾਵੇਂ ਕਿਤਨੀ ਵੀ ਵੱਡੀ ਪ੍ਰਬੰਧਕੀ ਪਦਵੀ 'ਤੇ ਪਹੁੰਚ ਜਾਵੇ, ਉਸ ਵਿੱਚ ਆਪਣੀ ਕਵਿਤਾ ਦੀ ਪ੍ਰਸ਼ੰਸਾ ਸੁਣਨ ਦੀ ਭੁੱਖ ਬਣੀ ਰਹਿੰਦੀ ਹੈ। ਮਾਤਾ ਪਿਤਾ ਕੇਵਲ ਸਤਿਕਾਰਯੋਗ ਪਦਵੀਆਂ ਹੀ ਨਹੀਂ, ਗੰਭੀਰ ਜ਼ਿੰਮੇਵਾਰੀਆਂ ਦੇ ਨਾਂ ਵੀ ਹਨ। ਤਲਾਕ ਦੀ ਲੜਾਈ ਵਿੱਚ ਦੋਵੇਂ ਧਿਰਾਂ ਹਮਲਾਵਰ ਬਣ ਜਾਂਦੀਆਂ ਹਨ। ਜਿਸ ਜੀਵ ਦਾ ਕੁਦਰਤ ਨਾਲ ਸੰਘਰਸ਼ ਨਹੀਂ ਹੁੰਦਾ, ਉਸ ਦਾ ਵਿਕਾਸ ਰੁਕ ਜਾਂਦਾ ਹੈ।
ਕਲਾ ਮਿਲਾਪ ਵਿੱਚੋਂ ਉਪਜਣ ਵਾਲੇ ਆਨੰਦ ਅਤੇ ਵਿਛੋੜੇ ਵਿੱਚੋਂ ਉਪਜਣ ਵਾਲੇ ਦੁੱਖ ਵਿੱਚੋਂ ਪੈਦਾ ਹੁੰਦੀ ਹੈ। ਸ਼ਾਂਤ ਰਹਿਣ ਨਾਲ ਸਾਡੇ ਵਿੱਚ ਦੂਜਿਆਂ ਤੋਂ ਆਪਣੀ ਗੱਲ ਮਨਵਾਉਣ ਦੀ ਯੋਗਤਾ ਵੱਧ ਜਾਂਦੀ ਹੈ। ਜਿਹੜੇ ਸਮੇਂ ਦੇ ਪਾਬੰਦ ਹੁੰਦੇ ਹਨ, ਉਹਨਾਂ ਨੂੰ ਅਕਸਰ ਦੇਰ ਨਾਲ ਆਉਣ ਵਾਲਿਆਂ ਦੀ ਉਡੀਕ ਕਰਨੀ ਪੈਂਦੀ ਹੈ। ਨੇਤਰਹੀਣ ਨੂੰ ਭਾਵੇਂ ਦਿਸਣਾ ਬੰਦ ਹੋ ਜਾਵੇ, ਪਰ ਉਸ ਵਿੱਚ ਆਵਾਜ਼ ਨੂੰ ਵੇਖਣ ਦੀ ਕਲਾ ਜਾਗ ਪੈਂਦੀ ਹੈ। ਪ੍ਰਸੰਨਤਾ ਨੂੰ ਲੱਭਣ ਦੀ ਲੋੜ ਨਹੀਂ, ਲੋੜ ਪਰੇਸ਼ਾਨ ਕਰਨ ਵਾਲੀਆਂ ਗੱਲਾਂ ਤੋਂ ਛੁਟਕਾਰਾ ਪਾਉਣ ਦੀ ਹੁੰਦੀ ਹੈ। ਨੇਤਰਹੀਣ ਨੂੰ ਭਾਵੇਂ ਦਿਸਣਾ ਬੰਦ ਹੋ ਜਾਂਦਾ ਹੈ, ਪਰ ਉਸ ਵਿੱਚ ਆਵਾਜ਼ ਨੂੰ ਵੇਖਣ ਦੀ ਕਲਾ ਜਾਗ ਪੈਂਦੀ ਹੈ। ਜਿਨ੍ਹਾਂ ਨੂੰ ਅੱਜ ਅਸੀਂ ਅੰਧ ਵਿਸ਼ਵਾਸ ਕਹਿੰਦੇ ਹਾਂ, ਆਪਣੇ ਸਮਿਆਂ ਵਿੱਚ ਉਹ ਜੀਵਨ ਦੇ ਠੋਸ ਆਧਾਰ ਸਨ। ਪਛਤਾਵੇ ਦੀਆਂ ਨੀਹਾਂ ਉੱਤੇ ਕੁਝ ਵੀ ਸੁਖਾਵਾਂ ਨਹੀਂ ਉਸਾਰਿਆ ਜਾ ਸਕਦਾ। ਕਿਸੇ ਵੀ ਸੱਭਿਆਚਾਰ ਨੇ ਧਰਮ ਨਾਲ ਸੰਬੰਧ ਜੋੜੇ ਬਿਨਾਂ ਵਿਕਾਸ ਨਹੀਂ ਕੀਤਾ। ਸਮਾਜ ਦੀਆਂ ਲਗਭਗ ਸਾਰੀਆਂ ਸਮੱਸਿਆਵਾਂ ਸੋਚ ਦੇ ਵਖਰੇਵੇਂ ਨੂੰ ਸਵੀਕਾਰ ਨਾ ਕਰਨ ਦੀਆਂ ਸਮੱਸਿਆਵਾਂ ਹਨ। ਵਿਦਵਤਾ ਨਾਲੋਂ ਨਿਮਰਤਾ ਵਧੇਰੇ ਮਹੱਤਵਪੂਰਨ ਹੈ। ਇਸ ਤੱਥ ਦੀ ਪਛਾਣ ਹੀ ਵਿਦਵਤਾ ਦਾ ਆਰੰਭ ਹੁੰਦੀ ਹੈ। ਪਿਆਰ ਅਣਗਾਹੇ ਰਾਹਾਂ 'ਤੇ ਚੱਲਣ ਦੀ ਸਭ ਤੋਂ ਢੁਕਵੀਂ ਉਦਾਹਰਨ ਹੁੰਦਾ ਹੈ। ਚੰਗਾ ਵਿਰੋਧੀ ਖਿਡਾਰੀ ਸਾਡੀ ਖੇਡ ਵੀ ਸੁਧਾਰ ਦਿੰਦਾ ਹੈ। ਦੂਜਿਆਂ ਦੇ ਬੱਚੇ ਆਪਣੇ ਬੱਚਿਆਂ ਨਾਲੋਂ ਘੱਟ ਜਾਂ ਵੱਧ ਲਾਇਕ ਪ੍ਰਤੀਤ ਹੁੰਦੇ ਹਨ, ਉਹਨਾਂ ਵਰਗੇ ਨਹੀਂ ਲੱਗਦੇ। ਅਸੀਂ ਸੰਸਾਰ ਨਾਲ ਵਧੀਕੀਆਂ ਕਰਨ ਵਾਲਿਆਂ ਨੂੰ ਨਿੰਦਦੇ ਹਾਂ, ਪਰ ਉਹਨਾਂ ਨੂੰ ਸਲਾਹੁੰਦੇ ਹਾਂ ਜਿਨ੍ਹਾਂ ਨਾਲ ਸੰਸਾਰ ਨੇ ਵਧੀਕੀਆਂ ਕੀਤੀਆਂ ਹੁੰਦੀਆਂ ਹਨ। ਛੋਟੇ ਰਸਤਿਆਂ 'ਤੇ ਚੱਲਣ ਦੀ ਕਾਹਲ ਨਾਲ ਜ਼ਿੰਦਗੀ ਦੀ ਮਾਲ ਰੋਡ ਗੁਆਚ ਜਾਂਦੀ ਹੈ। ਅਖਬਾਰ ਛਾਪੇ ਇਸ਼ਤਿਹਾਰਾਂ ਲਈ ਜਾਂਦੇ ਹਨ, ਪਰ ਖਰੀਦੇ ਖਬਰਾਂ ਲਈ ਜਾਂਦੇ ਹਨ। ਮੁਸੀਬਤ ਵੇਲੇ ਦੋਸਤ ਹੀ ਕੰਮ ਆਉਂਦੇ ਹਨ, ਇਸੇ ਕਰਕੇ ਸ਼ਾਦੀ ਵੇਲੇ ਸਾਰੇ ਦੋਸਤ ਬੁਲਾਏ ਜਾਂਦੇ ਹਨ। ਆਨੰਦ ਲੰਗਰ ਖਾਣ ਵਿੱਚ ਹੀ ਨਹੀਂ, ਲੰਗਰ ਵਰਤਾਉਣ ਵਿੱਚ ਵੀ ਹੁੰਦਾ ਹੈ। ਜੇਕਰ ਤੁਸੀਂ ਉਹ ਕੁਝ ਬਣ ਜਾਓ ਜੋ ਕੁਝ ਤੁਹਾਨੂੰ ਤੁਹਾਡੀ ਮਾਂ ਬਣਾਉਣਾ ਚਾਹੁੰਦੀ ਸੀ, ਤਾਂ ਤੁਹਾਨੂੰ ਹਰ ਕੋਈ ਮਹਾਨ ਕਹੇਗਾ। ਰੁੱਖੀ ਅਤੇ ਲੰਮੀ ਚੁੱਪ ਰਿਸ਼ਤਿਆਂ ਵਿੱਚ ਠੰਡ ਵਰਤਾ ਦਿੰਦੀ ਹੈ। ਭੈੜੇ ਵਿਹਾਰ ਵਾਲੇ ਵਪਾਰੀ ਤੋਂ ਭਾਵੇਂ ਚੀਜ਼ ਮੁਫਤ ਹੀ ਮਿਲ ਰਹੀ ਹੋਵੇ, ਉਹ ਮਹਿੰਗੀ ਹੀ ਸਾਬਤ ਹੁੰਦੀ ਹੈ। ਕਿਸੇ ਦੇ ਸੁਪਨਿਆਂ ਦਾ ਮਖੌਲ ਉਡਾਉਣਾ ਭੈੜਾ ਵਿਹਾਰ ਹੁੰਦਾ ਹੈ। ਜਦੋਂ ਅਸੀਂ ਹਾਰ ਮੰਨ ਰਹੇ ਹੁੰਦੇ ਹਾਂ, ਤਾਂ ਕੋਈ ਹੋਰ ਕਹਿ ਰਿਹਾ ਹੁੰਦਾ ਹੈ, ਕਿਤਨਾ ਸੁਨਹਿਰੀ ਮੌਕਾ ਹੈ। ਕਿਸੇ ਅਜਿਹੇ ਨੂੰ ਵੀ ਪਿਆਰ ਕਰੋ ਜਿਸ ਨੂੰ ਕੋਈ ਪਿਆਰ ਨਹੀਂ ਕਰਦਾ, ਇਵੇਂ ਤੁਹਾਡੇ ਹੱਕ ਵਿੱਚ ਇੱਕ ਫੌਜ ਖੜੀ ਹੋ ਜਾਵੇਗੀ। ਕੀ ਕਿਸੇ ਨੂੰ ਸੁਕਰਾਤ ਨਾਲ ਸਾੜਾ ਹੋ ਸਕਦਾ ਹੈ? ਸੰਸਾਰ ਵਿੱਚ ਹਰ ਕੋਈ ਆਪਣੇ ਆਪਣੇ ਸੁਆਰਥ ਅਤੇ ਲਾਲਚ ਦੀਆਂ ਰੱਸੀਆਂ ਨਾਲ ਬੰਨ੍ਹਿਆ ਪਿਆ ਹੈ। ਕਿਸੇ ਦਾ ਚਰਿੱਤਰ ਜਾਣਨ ਲਈ ਉਸ ਦੇ ਬਹਾਨਿਆਂ ਨੂੰ ਧਿਆਨ ਨਾਲ ਸੁਣੋ। ਜਿਸ ਦਿਨ ਨੇਤਾ ਵੋਟ ਮੰਗਣ ਨਹੀਂ, ਸਗੋਂ ਲੋਕ ਕਿਸੇ ਕਰਮਸ਼ੀਲ ਚਿੰਤਕ ਦੇ ਬੂਹੇ 'ਤੇ ਵੋਟ ਭੇਟ ਕਰਨ ਲਈ ਆਉਣਗੇ, ਉਸ ਦਿਨ ਸਿਆਸਤ ਦੀ ਆਤਮਾ ਜਾਗ ਉੱਠੇਗੀ। ਰੱਬ ਸਾਡੀ ਸੋਚ ਦੀ ਹੱਦ ਹੈ। ਸੰਕੀਰਣ ਵਿਅਕਤੀ ਦਾ ਰੱਬ ਵਿਸ਼ਾਲ ਨਹੀਂ ਹੁੰਦਾ। ਆਪ ਧੁੱਪ ਝੱਲੇ ਬਿਨਾਂ ਕੋਈ ਰੁੱਖ ਕਿਸੇ ਨੂੰ ਛਾਂ ਨਹੀਂ ਦੇ ਸਕਦਾ। ਪੱਥਰਾਂ ਦੀ ਮਾਰ ਤੋਂ ਬਿਨਾਂ ਮਨਸੂਰ ਨੇ ਮਨਸੂਰ ਨਹੀਂ ਸੀ ਬਣਨਾ। ਬਨਵਾਸ ਜਾਣ ਤੋਂ ਬਿਨਾਂ ਰਾਮ ਪੂਜਨਯੋਗ ਨਹੀਂ ਬਣਦੇ। ਸਮਝ ਵਧਣ ਦੇ ਬਾਵਜੂਦ ਮਨੁੱਖ ਦੀਆਂ ਇੱਛਾਵਾਂ ਘਟੀਆਂ ਨਹੀਂ, ਵਧੀਆਂ ਹਨ। ਪੰਛੀ ਸੁਣੇ ਜਾਣ ਦੀ ਜਿੱਦ ਕੀਤੇ ਬਿਨਾਂ ਹੀ ਗਾਉਂਦੇ ਰਹਿੰਦੇ ਹਨ। ਪਿਆਰ ਦੀ ਕਵਿਤਾ ਉਦੋਂ ਲਿਖਣੀ ਚਾਹੀਦੀ ਹੈ ਜਦੋਂ ਕਿਸੇ ਨਾਲ ਪਿਆਰ ਹੋਵੇ, ਅਤੇ ਛਪਵਾਉਣੀ ਵਿਆਹ ਤੋਂ 10 ਵਰ੍ਹੇ ਮਗਰੋਂ ਚਾਹੀਦੀ ਹੈ। ਇਵੇਂ ਪਾਠਕ, ਕਵੀ ਅਤੇ ਕਵਿਤਾ ਤਿੰਨਾਂ ਨੂੰ ਲਾਭ ਹੋਵੇਗਾ। ਸਾਹਿਤ ਨੂੰ ਉਪਦੇਸ਼ ਦੇਣ ਦਾ ਬੋਝ ਨਹੀਂ ਚੁੱਕਣਾ ਚਾਹੀਦਾ। ਡਰਨਾ ਮਨੁੱਖ ਦਾ ਸਰਬ ਵਿਆਪਕ ਅਤੇ ਬੁਨਿਆਦੀ ਅਨੁਭਵ ਹੈ।
ਜੇ ਪ੍ਰੇਮੀ ਨੂੰ ਉਸਦਾ ਚਾਹਿਆ ਮਿਲ ਜਾਵੇ ਤਾਂ ਉਹ ਪ੍ਰੇਮੀ ਨਹੀਂ ਰਹਿੰਦਾ, ਭੋਗੀ ਅਤੇ ਰੋਗੀ ਬਣ ਜਾਂਦਾ ਹੈ। ਮਨੁੱਖ ਆਪਣੀ ਅਗਿਆਨਤਾ ਦੇ ਅਨੁਪਾਤ ਵਿੱਚ ਹੀ ਡਰਦਾ ਹੈ। ਹਰੇਕ ਮਹਾਨ ਘਟਨਾ ਨਵੀਂ ਸ਼ਬਦਾਵਲੀ ਸਿਰਜਦੀ ਹੈ। ਸਭ ਕੁਝ ਗਵਾਉਣ ਮਗਰੋਂ ਵੀ ਮਨੁੱਖ ਕੋਲ ਭਵਿੱਖ ਬਚ ਜਾਂਦਾ ਹੈ। ਚੰਗੀ ਪੁਸਤਕ ਉਹ ਹੁੰਦੀ ਹੈ ਜਿਸ ਨੂੰ ਅਨਪੜ੍ਹ ਵੀ ਪੜ੍ਹਨੀ ਚਾਹੁੰਦੇ ਹੋਣ। ਡਰਪੋਕ ਅਨੇਕਾਂ ਤੋਂ ਡਰਦਾ ਹੈ, ਪਰ ਕਦੀ ਉਸ ਡਰਪੋਕ ਤੋਂ ਵੀ ਡਰਦੇ ਹਨ। ਡਰਪੋਕ ਅਨੇਕਾਂ ਤੋਂ ਡਰਦਾ ਹੈ, ਪਰ ਕਈ ਉਸ ਡਰਪੋਕ ਤੋਂ ਵੀ ਡਰਦੇ ਹਨ। ਮੁਆਫ਼ ਕਰਨਾ ਵੀ ਇੱਕ ਪ੍ਰਕਾਰ ਦੀ ਸਜ਼ਾ ਹੁੰਦੀ ਹੈ। ਦੁਰਭਾਗ ਇਹ ਹੈ ਕਿ ਦੁੱਧ ਚੰਗੀ ਚੀਜ਼ ਹੈ, ਪਰ ਦਰ-ਦਰ 'ਤੇ ਜਾ ਕੇ ਵੇਚਣਾ ਪੈਂਦਾ ਹੈ। ਸ਼ਰਾਬ ਭੈੜੀ ਚੀਜ਼ ਹੈ, ਪਰ ਠੇਕੇ ਤੋਂ ਜਾ ਕੇ ਖਰੀਦਣੀ ਪੈਂਦੀ ਹੈ। ਧਰਮ ਨੇ ਅਮੀਰਾਂ ਨੂੰ ਗਰੀਬਾਂ ਦੇ ਹੱਥੋਂ ਕਤਲ ਹੋਣ ਤੋਂ ਬਚਾਈ ਰੱਖਿਆ ਹੈ। ਜਿਸ ਵੀ ਚੀਜ਼ ਦਾ ਬਦਲ ਹੋਵੇ ਉਹ ਮਹਾਨ ਨਹੀਂ ਹੁੰਦੀ। ਚੁੱਪ ਕਰਕੇ ਆਪਣਾ ਸਾਥ ਮਾਨਣ ਨੂੰ ਇਕਾਂਤ ਕਿਹਾ ਜਾਂਦਾ ਹੈ। ਅਸੀਂ ਇਹ ਭੁੱਲ ਜਾਂਦੇ ਹਾਂ ਕਿ ਕਿਸ ਨਾਲ ਹੱਸੇ ਸੀ, ਪਰ ਕਦੇ ਇਹ ਨਹੀਂ ਭੁੱਲਦੇ ਕਿ ਕਿਸ ਨਾਲ ਰੋਏ ਸੀ। ਸੰਕਟ ਸਾਨੂੰ ਸੰਖੇਪ ਵਿੱਚ ਸੋਚਣ ਲਈ ਮਜਬੂਰ ਕਰਦੇ ਹਨ। ਜਿਨ੍ਹਾਂ ਸਾਹਮਣੇ ਝੂਠ ਬੋਲਣਾ ਪਵੇ ਉਹਨਾਂ ਨੂੰ ਅਸੀਂ ਪਸੰਦ ਨਹੀਂ ਕਰਦੇ। ਕਿਸੇ ਨੂੰ ਪਿਆਰ ਕਰਨਾ ਆਪਣੇ ਆਪ ਨੂੰ ਵਧਾਈ ਦੇਣ ਦਾ ਇੱਕ ਢੰਗ ਹੁੰਦਾ ਹੈ। ਜਿਹੜੇ ਸਾਡੇ ਦੁੱਖ ਵਿੱਚ ਉਦਾਸ ਹੋ ਜਾਂਦੇ ਹਨ, ਉਹਨਾਂ ਵਿੱਚ ਹੀ ਸਾਨੂੰ ਪਿਆਰ ਕਰਨ ਦੀ ਯੋਗਤਾ ਹੁੰਦੀ ਹੈ। ਕਾਰ ਖਰਾਬ ਹੋਣੀ ਮਾਲਕ ਲਈ ਮੁਸੀਬਤ ਹੁੰਦੀ ਹੈ, ਪਰ ਮਕੈਨਿਕ ਲਈ ਇੱਕ ਅਵਸਰ ਹੁੰਦੀ ਹੈ। ਭਾਸ਼ਾ ਕਵਿਤਾ ਰਾਹੀਂ ਜਿਉਂਦੀ ਹੈ। ਜਿਸ ਭਾਸ਼ਾ ਵਿੱਚ ਕਵਿਤਾ ਨਹੀਂ ਉਪਜਦੀ, ਉਹ ਭਾਸ਼ਾ ਮਰ ਜਾਂਦੀ ਹੈ। ਵਿਸ਼ਵਾਸ ਦੇ ਵਿਸ਼ਲੇਸ਼ਣ ਨੂੰ ਤਰਕ ਕਹਿੰਦੇ ਹਨ। ਗਰਭ ਵਿੱਚ ਲੋੜਾਂ ਪ੍ਰਧਾਨ ਹੁੰਦੀਆਂ ਹਨ। ਜਨਮ ਲੈ ਕੇ ਮਨੁੱਖ ਇੱਛਾਵਾਂ ਦੇ ਰਾਹ ਪੈ ਜਾਂਦਾ ਹੈ। ਸੱਚਾ ਆਗੂ ਉਹ ਹੁੰਦਾ ਹੈ ਜਿਹੜਾ ਆਪਣੀਆਂ ਪਰਿਵਾਰਕ ਸਮੱਸਿਆਵਾਂ ਤੋਂ ਉੱਪਰ ਉੱਠ ਕੇ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਸੋਚਦਾ ਹੈ। ਕੱਚੇ ਮਕਾਨਾਂ ਵਾਲਿਆਂ ਦੀ ਮੀਂਹ ਸੰਬੰਧੀ ਗੱਲਬਾਤ ਵੱਖਰੀ ਭਾਂਤ ਦੀ ਹੁੰਦੀ ਹੈ। ਜ਼ਾਲਮ ਮਰ ਜਾਂਦਾ ਹੈ ਅਤੇ ਉਸਦਾ ਰਾਜ ਮੁੱਕ ਜਾਂਦਾ ਹੈ। ਸ਼ਹੀਦ ਮਰ ਜਾਂਦਾ ਹੈ ਅਤੇ ਉਸਦਾ ਰਾਜ ਆਰੰਭ ਹੋ ਜਾਂਦਾ ਹੈ। ਵਿਦਵਾਨ ਉਹ ਹੁੰਦਾ ਹੈ ਜਿਹੜਾ ਅਚਾਨਕ ਹੀ ਸਾਡੇ ਮਨ ਵਿੱਚ ਬੜੀ ਦੇਰ ਤੋਂ ਬੈਠੇ ਕਿਸੇ ਵੱਡੇ ਸਵਾਲ ਦਾ ਜਵਾਬ ਦੇ ਜਾਵੇ। ਜਿਹੜਾ ਆਪਣੇ ਆਪ ਨੂੰ ਜਾਣ ਲਵੇ ਉਹ ਅਲਾਦੀਨ ਦਾ ਚਿਰਾਗ ਹੁੰਦਾ ਹੈ। ਕਈ ਵਿਅਕਤੀ ਆਪਣੀਆਂ ਗਲਤੀਆਂ ਕਰਕੇ ਸੰਸਾਰ ਵਿੱਚ ਪ੍ਰਸਿੱਧ ਹੋਏ ਹਨ। ਕੋਲੰਬਸ ਨੇ ਅਮਰੀਕਾ ਗਲਤੀ ਨਾਲ ਲੱਭਿਆ ਸੀ। ਪ੍ਰਸ਼ੰਸਾਮਈ ਅੱਖ ਜਿੱਧਰ ਵੇਖਦੀ ਜਾਂਦੀ ਹੈ, ਸੁੰਦਰਤਾ ਉਪਜਦੀ ਜਾਂਦੀ ਹੈ। ਜਦੋਂ ਮਨ ਖਿੜਿਆ ਹੋਵੇ ਤਾਂ ਚਿੱਟੇ ਕੱਪੜੇ ਵੀ ਰੰਗਦਾਰ ਫੁੱਲਾਂ ਵਾਲੇ ਲੱਗਦੇ ਹਨ। ਇਸ ਸੰਸਾਰ ਵਿੱਚ ਹਰ ਕੋਈ ਆਪਣੀ ਆਪਣੀ ਵਿੱਤ ਅਨੁਸਾਰ ਜ਼ਿੰਦਗੀ ਨੂੰ ਸ਼ਗਨ ਪਾਉਂਦਾ ਹੈ। ਖੇਡ ਨੂੰ ਇਮਾਨਦਾਰੀ ਅਤੇ ਬੇਈਮਾਨੀ ਨਾਲ ਖੇਡਣ ਵਿੱਚੋਂ ਮਿਲਣ ਵਾਲੀ ਤਸੱਲੀ ਵੱਖਰੀ ਵੱਖਰੀ ਭਾਂਤ ਦੀ ਹੁੰਦੀ ਹੈ। ਗੰਧਲਾ ਪਾਣੀ ਕਿਤਨਾ ਵੀ ਵੱਧ ਜਾਵੇ, ਕਮਲ ਦੇ ਫੁੱਲ ਨੂੰ ਨਹੀਂ ਛੂਹ ਸਕਦਾ। ਉਣਿਆਂ ਨੂੰ ਪੂਰਿਆਂ ਦਾ, ਵਿਦਵਾਨਾਂ ਨੂੰ ਮੂਰਖਾਂ ਦਾ ਅਤੇ ਕਾਮੀਆਂ ਨੂੰ ਸਦਾਚਾਰੀਆਂ ਦਾ ਸਾਥ ਕਦੇ ਰਾਸ ਨਹੀਂ ਆਉਂਦਾ। ਗੁੱਸੇ ਅਤੇ ਨਫ਼ਰਤ ਦਾ ਰਾਹ ਕਦੇ ਵੀ ਉੱਚੇ ਪਾਸੇ ਨਹੀਂ ਜਾਂਦਾ। ਆਕੜ ਕੇ ਨੱਚਿਆ ਨਹੀਂ ਜਾ ਸਕਦਾ ਅਤੇ ਗੁੱਸੇ ਨਾਲ ਗਾਇਆ ਨਹੀਂ ਜਾ ਸਕਦਾ। ਕਿਸੇ ਨੂੰ ਪ੍ਰਭਾਵਿਤ ਕਰਨ ਦਾ ਸਭ ਤੋਂ ਸੌਖਾ ਢੰਗ ਹੈ ਕਿ ਉਸ ਨੂੰ ਸੁਣੋ। ਜੇ ਦਿਮਾਗ ਰੋਸ਼ਨ ਹੈ ਤਾਂ ਹਨੇਰੇ ਵਿੱਚ ਵੀ ਵਿਖਾਈ ਦੇਵੇਗਾ, ਨਹੀਂ ਤਾਂ ਦਿਨ ਦੇ ਚਾਨਣੇ ਵਿੱਚ ਵੀ ਠੇਡੇ ਲੱਗਣਗੇ। ਲਾਲਚੀ ਬੰਦੇ ਨੂੰ ਸੋਨਾ ਦਿਓ, ਕਹੇਗਾ ਹੀਰੇ ਕਿਉਂ ਨਹੀਂ ਦਿੱਤੇ। ਨਸ਼ੇ ਦਾ ਨੁਕਸਾਨ ਇਹ ਹੁੰਦਾ ਹੈ ਕਿ ਨਸ਼ੇ ਦੀ ਲੋਰ ਵਿੱਚ ਮਨੁੱਖ ਵਿੱਚ ਭੈੜੇ ਕੰਮਾਂ ਤੋਂ ਸੰਕੋਚ ਕਰਨ ਦੀ ਸ਼ਕਤੀ ਗੁਆਚ ਜਾਂਦੀ ਹੈ। ਇਸਤਰੀ ਉਸ ਨੂੰ ਪਿਆਰ ਕਰਦੀ ਹੈ ਜਿਸ ਨੂੰ ਪਿਆਰ ਕਰਨਾ ਉਸ ਨੂੰ ਮਾਣ ਵਾਲੀ ਗੱਲ ਲੱਗੇ। ਕਿੱਕਰ ਤੋਂ ਬੋਹੜ ਵਾਲੀ ਛਾਂ ਦੀ ਆਸ ਨਹੀਂ ਕੀਤੀ ਜਾ ਸਕਦੀ। ਕਿਸੇ ਵੀ ਕੰਮ ਦਾ ਸਭ ਤੋਂ ਵੱਧ ਮਹੱਤਵਪੂਰਨ ਭਾਗ ਉਸ ਦਾ ਆਰੰਭ ਹੁੰਦਾ ਹੈ। ਪਿਆਰ ਵਿੱਚ ਅਨਪੜ੍ਹ ਬੰਦੇ ਵਿੱਚ ਵੀ ਪ੍ਰੇਮ ਪੱਤਰ ਲਿਖਣ ਦੀ ਰੀਝ ਹੁਲਾਰੇ ਮਾਰਦੀ ਹੈ। ਚੰਗੀ ਕਵਿਤਾ ਉਹ ਹੁੰਦੀ ਹੈ ਜਿਸ ਵਿੱਚ ਅਰਥ ਸ਼ਬਦਾਂ ਨੂੰ ਜੱਫੀਆਂ ਪਾਉਣ।
ਪਤੀ ਪਤਨੀ ਦਾ ਰਿਸ਼ਤਾ ਸਾਦਾ ਹੈ, ਘਰ ਦੀ ਦਾਲ ਰੋਟੀ ਵਾਂਗ, ਪਰ ਕਈਆਂ ਨੂੰ ਬਾਹਰ ਚਾਟ ਖਾਣ ਦੀ ਆਦਤ ਹੁੰਦੀ ਹੈ। ਸ਼ੁਰੂ ਵਿੱਚ ਕੋਈ ਵੀ ਦਰਿਆ ਇਹ ਜਾਣਨ ਦੀ ਪਰਵਾਹ ਨਹੀਂ ਕਰਦਾ ਕਿ ਉਸਨੇ ਕਿਤਨੀ ਦੂਰ ਜਾਣਾ ਹੈ, ਉਹ ਵਗ ਤੁਰਦਾ ਹੈ। ਇਹੀ ਜੀਵਨ ਹੈ। ਪਹਾੜ ਲੰਘ ਗਏ ਦਰਿਆਵਾਂ ਦੀ ਯਾਦ ਵਿੱਚ ਖਲੋਤੇ ਰਹਿੰਦੇ ਹਨ। ਸਵਰਗ ਵਿੱਚ ਕਿਸੇ ਚੀਜ਼ ਦੀ ਘਾਟ ਨਹੀਂ, ਪਰ ਉੱਥੇ ਵਾਪਰਦਾ ਕੁਝ ਨਹੀਂ। ਜਿਨ੍ਹਾਂ ਦੇਸ਼ਾਂ ਵਿੱਚ ਇਸਤਰੀ ਦਾ ਸਤਿਕਾਰ ਹੈ, ਕੇਵਲ ਉਹੀ ਦੇਸ਼ ਖੁਸ਼ਹਾਲ ਹਨ। ਭਾਬੀ ਕਿਤਨੀ ਵੀ ਲੜਾਕੀ ਕਿਉਂ ਨਾ ਹੋਵੇ, ਜੇ ਨਨਾਣ ਉਸਦੇ ਬੱਚੇ ਨੂੰ ਪਿਆਰ ਕਰੇ ਤਾਂ ਭਾਬੀ ਦਾ ਦਿਲ ਝੱਟ ਪਿਘਲ ਜਾਂਦਾ ਹੈ। ਲੋਕਾਂ ਵਿੱਚ ਦਿਲਚਸਪੀ ਲੈਣ ਅਤੇ ਉਹਨਾਂ ਦੀਆਂ ਸਮੱਸਿਆਵਾਂ ਹੱਲ ਕਰਨ ਨਾਲ ਦਿਮਾਗ ਚੁਸਤ ਅਤੇ ਸਿਹਤ ਠੀਕ ਰਹਿੰਦੀ ਹੈ। ਦੂਰ ਵਸਦੇ ਭਰਾ ਦੇ ਆਉਣ 'ਤੇ ਵਿਆਹੀ ਭੈਣ ਦੇ ਮੂੰਹ 'ਤੇ ਹੀ ਨਹੀਂ, ਉਸਦੀ ਰਸੋਈ ਦੇ ਭਾਂਡਿਆਂ 'ਤੇ ਵੀ ਚਮਕ ਆ ਜਾਂਦੀ ਹੈ। ਕਿਸੇ ਨਦੀ ਦੇ ਸੋਮੇ 'ਤੇ ਪਹੁੰਚ ਜਾਣਾ ਸੱਚ ਦੀ ਖੋਜ ਤੋਂ ਘੱਟ ਨਹੀਂ ਹੁੰਦਾ। ਸਕੂਲ, ਜੇਲ੍ਹ ਅਤੇ ਹਸਪਤਾਲ ਵਿੱਚ ਮਨੁੱਖ ਨੂੰ ਤਾੜ ਕੇ ਸੁਧਾਰਿਆ ਜਾਂਦਾ ਹੈ। ਜਾਤ ਪਾਤ ਨੂੰ ਮੰਨਣ ਵਾਲੇ ਆਪਣੀ ਜਾਤ ਦੇ ਔਗੁਣਾਂ ਨੂੰ ਵੀ ਗੁਣ ਸਮਝਦੇ ਹਨ। ਹੱਸੋ, ਸਾਰਾ ਸੰਸਾਰ ਤੁਹਾਡੇ ਨਾਲ ਹੱਸੇਗਾ। ਰੋਵੋ, ਸਾਰਾ ਸੰਸਾਰ ਵਧੇਰੇ ਹੱਸੇਗਾ। ਜਿੱਥੇ ਸ਼ਕਤੀ, ਧਨ, ਮੁਨਾਫਾ, ਸਨਮਾਨ ਅਤੇ ਹਕੂਮਤ ਹੈ, ਉੱਥੇ ਪੁਰਸ਼ ਪ੍ਰਧਾਨ ਹੈ। ਜਿੱਥੇ ਇਹ ਚੀਜ਼ਾਂ ਨਹੀਂ ਹਨ, ਉੱਥੇ ਹੀ ਇਸਤਰੀ ਪ੍ਰਧਾਨ ਹੈ। ਪੁਰਸ਼ ਅਸਫਲਤਾ ਤੋਂ ਨਹੀਂ ਡਰਦੇ, ਇਸੇ ਕਰਕੇ ਉਹਨਾਂ ਵਿੱਚ ਪ੍ਰਯੋਗ ਕਰਨ ਅਤੇ ਖਤਰੇ ਸਹਿੜਨ ਦੀ ਯੋਗਤਾ ਵਧੇਰੇ ਹੁੰਦੀ ਹੈ। ਪਾਪਾਂ ਵਿੱਚੋਂ ਹੀ ਪਛਤਾਵੇ ਉਪਜਦੇ ਹਨ। ਸਾਡਾ ਯੁੱਗ ਤਾਂ ਵਿਗਿਆਨਕ ਹੈ, ਪਰ ਅਸੀਂ ਵਿਗਿਆਨਕ ਨਹੀਂ ਹਾਂ। ਹੱਕ ਫਰਜ਼ਾਂ ਦੀ ਨੀਂਹ ਉੱਤੇ ਹੀ ਉਸਰ ਸਕਦੇ ਹਨ। ਬਦਨਾਮ ਵਿਅਕਤੀ ਹੋਰਾਂ ਨੂੰ ਬਦਨਾਮ ਕਰਕੇ ਪ੍ਰਸੰਨ ਹੁੰਦਾ ਹੈ। ਜੇ ਜੋ ਸੋਚੋਗੇ ਉਹ ਬੋਲੋਗੇ ਤਾਂ ਜੋ ਪਸੰਦ ਹੈ ਉਹ ਸੁਣਨ ਦੀ ਆਸ ਨਾ ਲਾਓ। ਭੀੜ ਕੋਲ ਕੋਈ ਸੋਚ ਨਹੀਂ ਹੁੰਦੀ, ਜਾਂ ਤਾੜੀਆਂ ਹੁੰਦੀਆਂ ਹਨ ਜਾਂ ਪੱਥਰ। ਸਾਰੇ ਵਿਦਿਆਰਥੀ ਲਾਇਬ੍ਰੇਰੀ ਨੂੰ ਪਿਆਰ ਕਰਦੇ ਹਨ, ਪਰ ਕੁਝ ਲਾਇਬ੍ਰੇਰੀ ਵਿੱਚ ਵੀ ਪਿਆਰ ਕਰਦੇ ਹਨ। ਸਾਰੇ ਵਿਦਿਆਰਥੀ ਲਾਇਬ੍ਰੇਰੀ ਨੂੰ ਪਿਆਰ ਕਰਦੇ ਹਨ, ਪਰ ਕੁਝ ਲਾਇਬ੍ਰੇਰੀ ਵਿੱਚ ਵੀ ਪਿਆਰ ਕਰਦੇ ਹਨ। ਜਿਹੜੀ ਕੌਮ ਵਕਤ ਦੀ ਕਦਰ ਨਹੀਂ ਕਰਦੀ, ਉਹ ਕੁਝ ਵੀ ਹੋ ਸਕਦੀ ਹੈ, ਪਰ ਉਹ ਸ਼ਕਤੀਸ਼ਾਲੀ ਅਤੇ ਖੁਸ਼ਹਾਲ ਕੌਮ ਨਹੀਂ ਹੋ ਸਕਦੀ। ਸਿਆਣਾ ਡਾਕਟਰ ਰੋਗੀ ਨੂੰ ਉਦੋਂ ਤੱਕ ਜਿਉਂਦਾ ਰੱਖਦਾ ਹੈ ਜਦੋਂ ਤੱਕ ਕੁਦਰਤ ਉਸ ਦਾ ਰੋਗ ਠੀਕ ਨਹੀਂ ਕਰ ਦਿੰਦੀ। ਦੌਲਤ ਹਮੇਸ਼ਾ ਮਿਹਨਤ, ਬਚਤ, ਵਿਉਂਤ ਅਤੇ ਸੰਜਮ ਵਿੱਚੋਂ ਉਪਜਦੀ ਹੈ। ਲੋੜ ਤੋਂ ਬਿਨਾਂ ਖਰੀਦੀਆਂ ਚੀਜ਼ਾਂ ਚਿੰਤਾ ਅਤੇ ਪਰੇਸ਼ਾਨੀ ਉਪਜਾਉਂਦੀਆਂ ਹਨ। ਅਚਾਨਕ ਮਿਲਿਆ ਧਨ ਸਾਡੇ ਵਿਹਾਰ ਨੂੰ ਵਿਗਾੜ ਦਿੰਦਾ ਹੈ। ਵਪਾਰੀਆਂ ਕੋਲ ਕਿਤਾਬੀ ਗਿਆਨ ਦੀ ਥਾਂ ਮਨੁੱਖੀ ਵਿਹਾਰ ਦੀ ਸਮਝ ਵਧੇਰੇ ਹੁੰਦੀ ਹੈ। ਦੋਵੇਂ ਹੱਥਾਂ ਨਾਲ ਲਿਖਣ ਦੀ ਇੱਛਾ ਵਿੱਚੋਂ ਹੀ ਟਾਈਪਰਾਈਟਰ ਦੀ ਕਾਢ ਨਿਕਲੀ ਹੋਵੇਗੀ। ਵਿਸ਼ਵਾਸ ਅਤੇ ਤਰਕ ਵਿੱਚ ਸਿੱਧਾ ਵਿਰੋਧ ਹੈ। ਵਿਸ਼ਵਾਸ ਨੂੰ ਤਰਕ ਦੀ ਅਤੇ ਤਰਕ ਨੂੰ ਵਿਸ਼ਵਾਸ ਦੀ ਵੰਗਾਰ ਸਹਿਣੀ ਪੈਂਦੀ ਹੈ। ਆਸ਼ਾਵਾਦੀ ਨੂੰ ਹਰ ਬੂਹੇ 'ਤੇ ਬੁਲਾਵਾ ਵਿਖਾਈ ਦਿੰਦਾ ਹੈ। ਨਿਰਾਸ਼ਾਵਾਦੀ ਨੂੰ ਕੁੰਡੇ ਅਤੇ ਜਿੰਦੇ ਹੀ ਵਿਖਾਈ ਦਿੰਦੇ ਹਨ। ਕਿਸੇ ਚੀਜ਼ ਦੀ ਪਕਿਆਈ ਉਸ ਦੀ ਲਚਕ ਵਿੱਚ ਹੁੰਦੀ ਹੈ। ਫਰਜ਼ ਤੁਸੀਂ ਪੂਰੇ ਕਰੋ, ਹੱਕ ਤੁਹਾਨੂੰ ਸਮਾਜ ਦੇਵੇਗਾ। ਖੁਸ਼ਕ ਹੋ ਕੇ ਅੱਥਰੂ ਹੌਂਕੇ ਬਣ ਜਾਂਦੇ ਹਨ। ਜਿਨ੍ਹਾਂ ਨੂੰ ਵਿਰਸੇ ਵਿੱਚ ਦੌਲਤ ਮਿਲਦੀ ਹੈ, ਉਹ ਆਪਣੀ ਅਯੋਗਤਾ ਛੁਪਾਉਣ ਲਈ ਮਹਿੰਗੀਆਂ ਚੀਜ਼ਾਂ ਵਰਤਦੇ ਹਨ। ਆਪ ਦੌਲਤ ਉਪਜਾਉਣ ਵਾਲੇ ਸਾਦੇ ਹੁੰਦੇ ਹਨ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ। ਤੁਹਾਡਾ ਦਿਨ ਸ਼ੁਭ ਰਹੇ।